गुरु वाहिगुरु वाहिगुरु तुद आगे अरदास हमारी जियो पिंड सब तेरा कहो नानक सब तेरी वड्याई कोई नाम न जाने मेरा जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए तेहा हाँ करी बखिया मैं नाही किश हो नाही किश आधे ना मुरा अवसर लज्जा राख ले हो सदना जन तोरा आनंद गुणी निधान गुरु गरीब निवाज गरीब निवाज गरीब निवाज माया वेख न भुल तू मन मुख मूर्खा 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 चल ध्यान ना चलई चल ध्यान ना चलई सब झूठ दर बलखा माया वेख न भुल तू मन मुख मूर्खा
ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ ਗੁਰ ਪ੍ਰਸਾਦੀ ਉਬਰੇ ਜਿਨ ਹਰਿ ਰਸ ਚਖਾ ਗੁਰ ਪ੍ਰਸਾਦੀ ਉਬਰੇ ਜਿਨ ਹਰਿ ਰਸ ਚਖਾ ਚਲਦਿਆਂ ਨਾਲ ਨਾ ਚੱਲਈ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰ ਬਿਲਖਾ ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ ਆਪ ਕਰਾਏ ਕਰੇ ਆਪ ਆਪੇ ਹਰੇ ਰੱਖਾ ਆਪ ਕਰਾਏ ਕਰੇ ਆਪ ਆਪੇ ਹਰੇ ਰੱਖਾ ਚਲਦਿਆਂ ਨਾਲ ਨਾ ਚੱਲਈ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰ ਬਿਲਖਾ ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ ਅਗਿਆਨੀ ਅੰਧ ਨ ਬੋਝਈ ਸਿਰ ਉਪਰ ਜਮ ਖੜਗ ਕਲਖਾ ਅਗਿਆਨੀ ਅੰਧ ਨ ਬੋਝਈ ਸਿਰ ਉਪਰ ਜਮ ਖੜਗ ਕਲਖਾ ਚਲਦਿਆਂ ਨਾਲ ਨਾ ਚੱਲਈ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰ ਬਿਲਖਾ ਮਾਇਆ ਵੇਖ ਨ ਭੁੱਲ ਤੂੰ ਮਨ ਮੁਖ ਮੂਰਖਾ 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 ਵਾਹਿਗੁਰੂ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਉਚਾਰਨ ਕਰਦੇ ਨੇ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ। ਪਾਤਸ਼ਾਹ ਜੀ ਮਨੁੱਖ ਨੂੰ ਉਪਦੇਸ਼ ਕਰਦੇ ਨੇ, ਕਹਿੰਦੇ ਇਹ ਬੰਦੇ ਮਾਇਆ ਨੂੰ ਵੇਖ ਕੇ ਭੁੱਲ ਨਾ ਜਾਈਂ, ਜਿਹੜੀ ਵੀ ਚੀਜ਼ ਦੀਂਦੀ ਹੈ ਅੱਖਾਂ ਦੇ ਨਾਲ ਸਾਰੀ ਮਾਇਆ ਹੈ।
पातशाह गुरु अमरदास जी तो पूछिए कि पातशाह जी माया कौन है, की है माया, किनू माया कहते ने, तां पातशाह जी समझाउंदे ने। गुरु जी कहते ए माया जित हर विसरै, मोह उपजै भाव दूजा लाया। रोज आपां पढ़दे हां बाणी विच, आनंद साहिब दे विच। पातशाह कहते भाई वो सारी चीज नूं माया आखीए ਜਿਹੜੀ ਰੱਬ ਦੇ ਨਾਲੋਂ ਤੋੜ ਕੇ ਹੋਰਾਂ ਚੀਜ਼ਾਂ ਦੇ ਵੱਲ ਮਨੁੱਖ ਨੂੰ ਆਕਰਸ਼ਿਤ ਕਰੇ, ਰੱਬ ਨੂੰ ਭੁਲਾ ਦੇ। ਤੋ ਇਹ ਬਾਣੀ ਗੰਗੂ ਵੀ ਪੜ੍ਹਦਾ ਹੋਏਗਾ, ਸੁਣਦਾ ਹੋਏਗਾ, ਗੁਰੂ ਘਰ ਵਿੱਚ ਰਹਿੰਦਾ ਸੀ। ਇਹ ਤਾਂ ਨਹੀਂ ਹੈ ਕਿ ਇਹ ਬਾਣੀ ਉਹਨੇ ਸੁਣੀ ਨਾ ਹੋਵੇ, ਕਿ ਸਾਲ ਉਹਨੇ ਉੱਥੇ ਲਾਏ ਨੇ। ਤੋ ਕਹਿੰਦੇ ਜਦੋਂ ਉਹਨੇ ਇਸ ਬਾਣੀ ਨੂੰ ਸੁਣਿਆ ਤਾਂ ਹੋਏਗਾ, ਪਰ ਅਮਲ ਨਹੀਂ ਕੀਤਾ, ਪਦਾਰਥ ਦੇ ਮੋਹ ਦੇ ਵਿੱਚ ਪੈ ਗਿਆ। ਤੋ ਮੋਹ ਵਿੱਚ ਪੈਣ ਕਰਕੇ ਫਿਰ ਹੋਇਆ ਕੀ ਹੈ, ਸਾਰੀ ਦੁਨੀਆ ਦੇ ਸਾਹਮਣੇ ਹੈ। ਜੋ ਹਰ ਵੇਲੇ ਜੋ ਉਹਨੂੰ ਜਦੋਂ ਵੀ ਚੇਤੇ ਕੀਤਾ ਜਾਂਦਾ ਹੈ, ਬੜੇ ਲੋਕ ਨੂੰ ਗਾਲਾਂ ਕੱਢਦੇ ਨੇ, ਉਹਦੇ ਨਾਮ ਤੇ ਥੂ ਥੂ ਹੁੰਦੀ ਹੈ। ਇਹ ਨਹੀਂ ਹੋਏਗਾ ਕਿ ਉਦੋਂ ਬਾਅਦ ਕਿਸੇ ਨੇ ਆਪਣੇ ਜੋ ਲੜਕੇ ਦਾ ਨਾਮ ਗੰਗੂ ਰੱਖਿਆ ਹੋਵੇ, ਜੋ ਬੜਾ ਘੱਟ ਸੁਣਨ ਨੂੰ ਮਿਲਦਾ ਹੈ। ਤੋ ਇਤਿਹਾਸ ਦੇ ਵਿੱਚ ਅੱਲਾ ਯਾਰ ਖਾਂ ਜੋਗੀ, ਇਹਨਾਂ ਨੇ ਪਹਿਲਾਂ ਗੰਜ ਸ਼ਹੀਦਾਂ ਲਿਖਿਆ ਸੀ, ਜੋ ਬੜਾ ਮਕਬੂਲ ਹੋਇਆ ਸੀ ਇਹਨਾਂ ਦਾ। ਉਰਦੂ ਦੇ ਮਹਾਨ ਕਵੀ ਸੀ ਇਹ। ਤੋ ਗੰਜ ਸ਼ਹੀਦਾਂ ਇਹਨਾਂ ਨੇ ਲਿਖਿਆ। ਉਦੋਂ ਬਾਅਦ ਫਿਰ ਇਹਨੇ ਮਰਸੀਏ ਲਿਖੇ ਛੋਟੇ ਸਾਹਿਬਜ਼ਾਦਿਆਂ ਦੇ। ਗੰਜ ਸ਼ਹੀਦਾਂ ਦੇ ਵਿੱਚ ਚਮਕੌਰ ਦੀ ਜੰਗ ਦੀ ਦਾਸਤਾਨ ਇਹਨੇ ਬਿਆਨ ਕੀਤੀ ਹੈ। ਸ਼ਹੀਦਾਨ ਵਫਾ ਇਹਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਜੋ ਦਾਸਤਾਨ ਹੈ ਉਹਨੂੰ ਬਿਆਨ ਕੀਤਾ ਹੈ। ਤੋ ਇਸ ਦੇ ਵਿੱਚ ਬੜੇ ਪ੍ਰੇਮ ਦੇ ਨਾਲ, ਪ੍ਰੇਮ ਵਿੱਚ ਭਿੱਜ ਕੇ ਉਹਨੇ ਜੋ ਇਹ ਸ਼ੇਰ ਲਿਖੇ ਨੇ, ਇਹ ਕਾਵਿ ਰਚਿਆ ਹੈ। ਇਹਨੂੰ ਆਪਾਂ ਅੱਜ ਵਿਚਾਰਦੇ ਹਾਂ। ਥੋੜਾ ਜਿਹਾ ਪਿੱਛੋਂ ਲੱਗਾਂਗੇ ਕਿ ਕਿਸ ਤਰ੍ਹਾਂ ਹੋਇਆ। ਇਹਦੇ ਜਦੋਂ ਉਹ ਜੋ ਲੈ ਗਿਆ ਸੀ ਚੁੱਕ ਕੇ, ਜੋ ਜੀਵਰਾਤ ਵਾਲਾ ਡੱਬਾ, ਇਹਨਾਂ ਨੇ ਜੀਵਰਾਤ ਦਾ ਡੱਬਾ ਲਿਖਿਆ ਹੈ। ਜਦੋਂ ਉਹ ਧਨ ਪਦਾਰਥ ਚੁੱਕ ਕੇ ਲੈ ਗਿਆ, ਮਾਤਾ ਜੀ ਨੇ ਦੇਖ ਲਿਆ। तो ਹੁਣ ਮਾਤਾ ਜੀ ਉਹਨੂੰ ਕੀ ਕਹਿ ਰਹੇ ਨੇ? ਕਹਿੰਦੇ ਅਲ ਕਿੱਸਾ ਜਬ ਸਵੇਰ को जागी गुरु की माँ, रखे हुए खजाने का पाया ना कुछ निशान, गंगू से बोली लेता है क्यों सबरे बेकसा, जाल ले गया उठा के तुम है जिस तुम कहा। कहते जो माता जी उदों तक कुछ बोले ना, क्योंकि बच्चे सौ रहे सन, थके हुए सी। माता जी सोचते ने कि जे हुण उठे बोले बच्चे उठ खड़नगे, थके हुए ने, मसां सुते ने। तो कहते जो सवेर हुई माता जी ने उदों गंगू दे नाल वार्तालाप की कीती। कहते गंगू से बोली लेता है क्यों सबरे बेकसा, कहते असीं हुण नियासरे हुए बैठे हाँ, कातों तू इस तरह साडे नाल कर रहा है। जल ले गया उठा के तू ए जिस तरू कहा, ए बुरे मुंह वाले तू कातों माल उठा के ले गया। बेहतर था मांग लेता तो हमसे तमाम माल, लेकिन हुआ चराने से तुझ पर हराम माल। कहते चंगा हुंदा माता जी उन्होंने कह रहे तू सातों मंग के ले लेंदा, असीं किहड़ा मना करना सी, साडे उजर किस काम। चंगा हुंदा तो मंग के ले लेंदा, पर लेकिन हुआ चराने से तुझ पर हराम माल, पर तू चोरी कीता, हुण वो माल तेरे किसी काम नहीं आएगा। जिस घर का तो गुलाम था उससे दगा किया,
ला करके घर में काम जे क्या बेवफा किया। कहते जेड़े घर दा तू गुलाम सी, नौकर सी, उसदे नाल ही तू धोखा कीता है। ए बेवफा बंदे, ये तू की कीता? ला के घर के काम जे क्या बेवफा किया। तू अपने घर भी सानू लेके आया ते तू साडे नाल ये जो गलत काम कीता है चोरी वाला। जर के लिए सवाल ना क्यों बरमला किया, हमसे तो जिसने भी जो भी मांगा अता किया। तू सातों मंगया क्यों ना माल, तू मंग लेंदा। माता जी कहते साते तो तां जिन्हां ने जिहड़ी चीज भी मंगी असी ओही चीज अता कीती है। माता हूं कलंगी धर की, तुझे क्या खबर ना थी। तेरी तरह तो मुझको जरा हिरसे डरना थी। कहते ऐ मूर्ख बंदे, तेनू कि थोड़ा जिन्ना भी ख्याल नहीं आया कि मैं मां उस कलगी धर दी हां, उस गोबिंद सिंह दी मां हां मैं। तेरी तरह मुझको जरा हिरसे डरना था, मैनू नहीं सी इस माल दे नाल मोह। थोड़ा जिन्ना भी नहीं सी, ये रखिया सी किसे लोड़वंद नूं देण वास्ते नाल लिया सी। तेरी तरह मैनू जो इस धन दा लालच नहीं सी, लोभ नहीं सी। साडे तो तां जिन्हें भी जिहड़ी भी चीज मंगी है गुरु नानक दे घर चों ओही वो चीज लैके गए ने। फिर अगे माता जी की कहंदे ने, वाहे गुरु के नाम पे कुल मालो जर भी दूं, खिलकत के फायदे को लुटा अपना घर भी दूं। गर्दन पति की दे चुकी अपना सर भी दूं, कुछ ढूंढिए अकाल को रखते जिगर भी दूं। इकरार कर ले अपनी खाता तू अगर अभी, हम बख्श देंगे शौक से सब मान लो जरे अभी। माता जी कहते वाहिगुरु के नाम ते असी किन्ना कुछ पहला दे चुके हाँ। खलकत के फायदे लई, खलकत दुनिया नूं कहंदे ने, दुनिया के फायदे लिए अपना सारा घर-बार असी छड्ड दिता है। असी जो कुछ भी प्राप्त कर सकते सी, गुरु हरगोबिंद जो गुरु तेग बहादुर पातशाह जी नूं जो उन्होंने आख दिता सी, तू खेड़ा छड्ड हिंदुआं दा, जेड़ी चीज मर्जी मंगला, तैनूं जो खलीफा बना देंदे हां, धार्मिक आगू बना देंदे हां, जिधर मर्जी जेड़ी रियासत मर्जी ले ला, कोई अहुदा ले ला, पर इस्लाम कबूल कर ला। तू की लेना इन्हां हिंदुआं तों? कहंदे कुछ भी ले सकदे सी, पर खलकत दे फायदे लई माता जी कहंदे गर्दन पति की दे चुकी, अपने पति का सीस दे चुकी हाँ। अपना सर भी दूं, जे समा बनेगा मैं अपना सिर भी दे दूंगी। खुशनुदी अकाल को, रब की खुशी चाहिदी है, ओदी खुशी दे लई लगते जिगर पे तू अपने जिगर दे टोटे भी कुर्बान कर देंगी। फिर अगे माता जी कहंदे इकरार कर ले अपनी खाता तू घर अभी, हम बख्श देंगे शौक से सब मान लो जरे अभी। कहंदे अजे भी अपनी गलती मन ला, तू पैसे ले गया चुक के, सोना चांदी मोहरा ले गया चुक के, कुछ नहीं कहंदे तैनू। एक बारी अपनी जो ये गलती है ये मन ला, हम बख्श देंगे शौक से सब मान लो जर अभी, सारा कुछ तैनू छड्ड देंगे। इन्नी गल जो माता जी ने आखी है, उपदेश मात गुजरी का सुनकर वो बेहया, शर्मिंदा होने की जगह चिल्लाने लग गया। बकता था जोर जोर से, देखो गज वह क्या, तुमको पनाह देने की क्या थी यही जजा। हुण कहंदे जदों माता जी ने उन्होंने इस तरह आख्या, वो कहंदे बेशर्म ऐसा बंदा शर्मिंदा तां की होना सी, शर्मिंदा होने की जगह चिल्लाने लग गया, रौला पाउण लग पिया। बकता था जोर जोर से, देखो गज वह क्या। कहंदे सच्चा हुंदा है अपने आप दे विच, जोर जोर दी बोलदा है, कहंदा देखो की गज बिठाउंदे ने मेरे ते। तुमको पनाह देने की क्या जही जजा। कहंदा जो मैं तुहानू पनाह दित्ती उहदे बदले तुसीं मैनूं चोर कह रहे हो। फिर कहंदा फिरते हो जहां छुपाए हुए खुद नवाब से, कहते हो मुझको चोर जे फिर किस हिसाब से। हुण माता जी होरां नूं अप शब्द बोलदा है, कहंदा आप तुसीं नवाब तो छुपदे फिरदे हो
ਕਿਹੜੇ ਮੂੰਹ ਦੇ ਨਾਲ ਮੈਨੂੰ ਚੋਰ ਕਹਿ ਰਹੇ ਹੋ? ਆਪ ਤੁਸੀਂ ਜੋ ਬਾਗੀ ਹੋ ਸਰਕਾਰ ਦੇ, ਤੁਹਾਨੂੰ ਮੈਂ ਪਨਾਹ ਦਿੱਤੀ ਹੈ, ਤੁਸੀਂ ਛੁਪਦੇ ਫਿਰ ਰਹੇ ਹੋ ਤੇ ਮੈਨੂੰ ਤੁਸੀਂ ਚੋਰ ਕਹਿ ਰਹੇ ਹੋ। चुपचाप घर से चल दिया फिर वो नमक हराम, पहुंचा वो इस जगह पे मरिंडा था जिसका नाम। मुखबर वहां नवाब के रखते थे कुछ कयाम, खुफिया कुछ उनसे करने लगा बदशेर कलाम। कहते फिर चुपचाप घरों चलिया गया वो नमक हराम गंगू ते मरिंडे जगह ते पुज गया। ਉੱਥੇ ਜੋ ਨਵਾਬ ਦੇ ਮੁਖਬਰ ਵੀ ਸਨ ਤੇ ਉੱਥੇ ਜੋ ਕੋਤਵਾਲੀ ਸੀ ਜਿਹਦੇ ਵਿੱਚ ਆਪ ਜੀ ਨੇ ਕੱਲ ਸਰਵਣ ਕੀਤਾ, ਜਾਨੀ ਖਾਂ ਅਤੇ ਮਾਨੀ ਖਾਂ ਜੋ ਉੱਥੇ ਸਨ। ਖੁਫੀਆ ਨਸੇ ਕਰਨ ਲੱਗਾ ਬਦਸ਼ੇਰ ਕਲਾਮ, ਉਹਨਾਂ ਦੇ ਨਾਲ ਖੁਫੀਆ ਗੱਲ ਕਰਨ ਲੱਗਾ ਹੈ। ਮਤਲਬ ਥਾ ਜਿਸ ਕਾ ਘਰ ਮੇਰੇ ਸਤਗੁਰ ਕੇ ਲਾਲ ਹੈ, ਜਿਨ ਕੇ ਪਕੜਨੇ ਕੇ ਸਭੀ ਖਾਫਾ ਕਮਾਲ ਹੈ। ਉਹਨਾਂ ਨਾਲ ਗੱਲਬਾਤ ਕਰਦਾ ਹੈ, ਕਹਿੰਦਾ ਮੇਰੇ ਘਰ ਦੇ ਵਿੱਚ ਗੁਰੂ ਦੇ ਪੁੱਤਰ ਨੇ ਜਿਨ੍ਹਾਂ ਨੂੰ ਪਕੜਨ ਦੇ ਲਈ ਸਾਰੇ ਕਾਹਲੇ ਨੇ, ਸਾਰੇ ਚਾਹੁੰਦੇ ਨੇ ਕਿ ਅਸੀਂ ਗੁਰੂ ਦੇ ਪੁੱਤਰਾਂ ਨੂੰ ਫੜ ਲਈਏ। ਰਾਜੋਂ ਸੇ ਔਰ ਨਵਾਬ ਸੇ ਦਿਲਵਾਓ ਘਰ ਇਨਾਮ, ਆਕਾ ਕੀ ਮਾਂ ਕੋ ਬੇਟੋਂ ਕੋ ਪਕੜਾਉਂ ਲਾ ਕਲਾਮ। ਉਹਨਾਂ ਨਾਲ ਹੁਣ ਸੌਦੇਬਾਜ਼ੀ ਕਰਦਾ ਹੈ ਗੰਗੂ। ਕਹਿੰਦਾ ਰਾਜਿਆਂ ਤੋਂ ਤੇ ਨਵਾਬਾਂ ਤੋਂ ਜੇ ਮੈਨੂੰ ਇਨਾਮ ਤੁਸੀਂ ਦਵਾ ਦਿਓ ਤਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਅਤੇ ਉਹਨਾਂ ਦੇ ਬੇਟਿਆਂ ਨੂੰ ਪਕੜਾ ਸਕਦਾ ਹਾਂ। ਪਾਕੇ ਸੇ ਲਾਭ ਜੀਦ ਸੇ ਤੁਮ ਪੀ ਹੈ ਸ਼ਾਦ ਕਾਨ, ਮੁਝ ਕੋ ਕੀ ਖਿਲ ਅਤੋ ਸੇ ਕਰੇ ਫਾਜੇ ਜ਼ੁਲਮ ਰਾਮ। ਕਹਿੰਦਾ ਤੁਸੀਂ ਜਦੋਂ ਵਜ਼ੀਰ ਖਾਨ ਨੂੰ ਫੜਾਓਗੇ ਸਾਹਿਬਜ਼ਾਦੇ ਤੇ ਗੁਰੂ ਦੀ ਮਾਂ, ਉਹ ਤੁਹਾਨੂੰ ਵੀ ਤਰੱਕੀਆਂ ਦੇਗਾ, ਤੁਹਾਨੂੰ ਵੀ ਵੱਡੇ ਇਨਾਮ ਦੇਗਾ ਅਤੇ ਉਹ ਕਹਿੰਦਾ ਮੈਨੂੰ ਵੀ ਕੁਝ ਨਾ ਕੁਝ ਤੋਂ ਮਿਲਣਾ ਚਾਹੀਦਾ ਹੈ। ਮੈਂ ਫੜਾਉਂਦਾ ਹਾਂ, ਤੁਸੀਂ ਮੈਨੂੰ ਵੀ ਇਨਾਮ ਦਿਓ। ਅਲ ਕਿਸਾ ਲੈ ਕੇ ਸਾਖ ਹੋ ਜਾਸੂਸ ਆ ਗਿਆ, ਪਕੜਾਨੇ ਸ਼ਾਹਜਾਦੋਂ ਕੋ ਮਨਹੂਸ ਆ ਗਿਆ। ਕਹਿੰਦੇ ਅਖੀਰੀ ਉਹਨਾਂ ਦੇ ਨਾਲ ਜੋ ਗੱਲਬਾਤ ਕਰਕੇ ਜੋ ਆ ਗਿਆ, ਉਹਨਾਂ ਨੂੰ ਨਾਲ ਲੈ ਕੇ ਇਹ ਮਨਹੂਸ ਆਪਣੇ ਘਰ ਲੈ ਆਇਆ ਤੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ। बच्चे जिन्होंने आके गिरफ्तार कर लिए, काबू बजबर बेकसों व्यार कर लिए, कब्जे में अपने दो दुरे शहवार कर लिए, सरहंद साथ चलने को तैयार कर लिए। पहला मरिंडे लै गए, उत्थे जाके जो आप जी ने कल श्रवण किया सी उन्हां नूं तसीहे दिते गए। उदों बाद जो उन्होंने सरहंद जाने के लिए तैयार कर लिया गया। नसती पाल की थी ना होंद हमारी थी, बद वक्त लाए बैल की गाड़ी सवारी थी। कहते गुरु के साहबजादे जिहड़े हाथी वाली पालकी ते बहिंदे सन, हाथी दे उपर ऊठ दे उपर सवारी करते सन, पालकियां दे विच घुमदे सन। कहते उन्हां नूं हुण लैके काहदे ते जा रहे ने, बद वक्त लाए बैल की गाड़ी सवारी थी। बैल गड्डी दे उपर बिठा के, जो कुछ लिखते हैं कि बैल गड्डी दे उपर बिठा के, कुछ कहते हैं कि बैल गड्डी दे नाल उन्हां नूं बन्ह के लेके जा रहे ने तोड़ के। सरहंद जाके पहुंचे हजार इजते राव से, दो चार हाय जब हुए जालिम नवाब से। कहते जो बड़े इजतराव कहते ने जो बड़ियां तकलीफां सहंदे हुए, परेशानियां सहंदे हुए जो सरहंद पहुंचे ने, दो चार हुए भाव सामना हुंदा है जदों मिलना हुंदा है उस जालम नवाब नूं। कम वक्त देखते ही जय बोला इताब से, फिलहाल इनको कैस में रखो अजाब से। देख के बड़ा खुश होया है, कहंदा हुण फड़े गए ने गुरु के साहबजादे, इन्हां तो मैं बदला लवांगा, इन्हां नूं कैद करके रखो। ते रखना किथे है? गुंबद था जिस मकाम मुकय्यद हजूर थे, दो चांद एक बुर्ज में रखते जहूर थे। कहते ठंडे गुंबद दे विच जिन्हों ठंडा बुर्ज आखदे ने, ਉਹਦੇ ਵਿੱਚ ਮਾਤਾ ਜੀ
ਅਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਤੇ ਉਹਦੇ ਥੱਲੇ ਦੀ ਪਾਣੀ ਵਗਿਆ ਕਰਦਾ ਸੀ। ਇਸ ਤਰ੍ਹਾਂ ਦਾ ਉਹਨਾਂ ਨੇ ਬਣਾਇਆ ਹੋਇਆ ਸੀ, ਉਹਦੇ ਥੱਲੇ ਦੀ ਪਾਣੀ ਚੱਲਦਾ ਸੀ, ਜੋ ਪਾਣੀ ਦੇ ਵਿੱਚ ਦੀ ਹੋ ਕੇ ਜੋ ਹਵਾ ਲੰਘਦੀ ਸੀ, ਜਿਸ ਕਰਕੇ ਗਰਮੀਆਂ ਦੇ ਵਿੱਚ ਵੀ ਉਹ ਬੜਾ ਜ਼ਿਆਦਾ ਠੰਡਾ ਰਹਿੰਦਾ ਸੀ। ਤੇ ਹੁਣ ਤਾਂ ਜੋ ਪੋਹ ਦਾ ਮਹੀਨਾ ਚੱਲ ਰਿਹਾ ਸੀ, ਉਸ ਦੇ ਵਿੱਚ ਗੁਰੂ ਦੇ ਇਹ ਦੋ ਚੰਦ ਦੇ ਟੁਕੜੇ ਭਾਵ ਦੋ ਸਾਹਿਬਜ਼ਾਦੇ ਅਤੇ ਮਾਤਾ ਜੀ, ਇਹਨਾਂ ਨੂੰ ਕੈਦ ਕਰ ਲਿਆ ਗਿਆ। तरसे हुए थे रिजक को जी और ख्वाब को, इस रोज सुच्चा चंद जे बोला नवाब को। फिर कहते उत्थे रोटी पानी उन्होंने बंद कर दिता गया, किसी ने रोटी नहीं देनी है, इन्होंने पानी नहीं देना है, ऊपर लैन को कपड़ा नहीं देना है। इस तरह साहबजादे ते माता जी कैद ने, भुखे ने, प्यासे ने। रोटी जो इन्होंने चौथे पिंड विच ही उदों रज के खाधी है, उदों बाद तो गंगू ने ऐसी रोटी दिती सी जिन्हों देख के कथा गुरसुतन की दे विच दुन्ना सिंह हडूरिया लिखता है, कहते वो ऐसा भोजन कर लियाओ अमरे काग ना कूकर खाओ। इहो जिहा भोजन लियाया सी जिन्हों काग कुत्ते भी खाना पसंद नहीं करते। ते माता जी ने जो पतासे मंगवा के साहबजादियां नूं खवाए सन, उदों बाद दे भुखे ने साहबजादे, मरिंडे भी कुछ खाण नूं नहीं मिलिया ते इत्थे भी कुछ नहीं मिल रहा। ते कहंदे हुण इस रोज सुच्चा आनंद जय बोला नवाब को। हुण सुच्चा आनंद जो दिंदा है सलाहां नवाब नूं, वजीर खां नूं, की आखदा है, कहंदा मंगवा के कलंगी धर के पिसर इंतकाम लो, मासूम इन्हें समझ की दया से ना काम लो। कहंदा ए वजीर खां, ए नवाब जी, कलगीधर दे पिसर, पिसर कहंदे ने पुत्तर नूं, कहंदे कलगीधर दे पुत्तरां नूं मंगवाओ ते उन्हां तो इंतकाम लओ, भाव बदला लओ। आपां नूं उन्हां ने किन्ना जलील कीता है, किन्नी बेइज्जती हुई है अपनी। मासूम इन्हें समझ के दया से ना काम लो, इन्हां ते दया कादी करनी है, इन्हां ते तरस ना करो, इन्हां ते दया ना करो, इन्हां नूं मासूम ना समझो। बोला वो सुच्चा नंद से लिया इन्हें शिताब, चरकों से सतगुरु के जिगर है मेरा कबाब। कहंदे जो जदों इस तरह आख्या सुच्चानंद ने, तां नवाब कहंदा है जा सुच्चानंद सिपाही नाल ले जा ते उन्हां नूं जो ले आ जल्दी जल्दी। चरकों से सतगुरु के जिगर है मेरा कबाब, जो वो गुरु दे पुत्तर ने जेड़े मेरे लिए तो कबाब की तरह ने, जो मैनू बड़े बुरे लग रहे ने। गोविंद ने गवा दिया सब मेरा रोब दाब, राजों के साथ मेरी भी मिट्टी हुई खराब। कहंदे इन्हां दे पिता गोबिंद सिंह ने मेरा भी सारा रोब खत्म कर दिता। लोग मेरा नाम सुन के थर थर कंबदे सी, पर पहाड़ी राजियां ने जो उन्हां दे नाल मिल के जो मैं उन्हें घेरा पाया, ना आनंदपुर दे विच ही उन्हें काबू कर सकिया, ना राह दे विच ही उहदा कुछ बिगाड़ सकिया, ना चमकौर की गढ़ी दे विच ही उन्हें कुछ कर सकिया। राजों के साथ मेरी भी मिट्टी हुई खराब, मेरी भी मिट्टी पलीत हो गई उन्हां राजियां नाल। हुण मेरा भी दबदबा उन्ना नहीं रह गया। दुश्मन के बच्चे कत्ल करूंगा जरूर मैं, कहने पे तेरे आज चलूंगा जरूर मैं। कहंदा है सुच्चानंद उस दुश्मन गुरु गोबिंद सिंह के बच्चों को जरूर कत्ल करूंगा मैं। हुण मैं तेरा कहना नहीं मोड़ना, जरूर तेरे कहने विच चल के मैं उस गुरु गोबिंद सिंह मेरा जिहड़ा दुश्मन है उहदे बच्चों को खत्म करांगा। बच्चों को लेने आए गर्ज चंद बेहया, सरदार इनका कहते हैं कि सुच्चानंद था। माता ने देख कर कहा है गजब हुआ, बसयान पहुंचा सर पे है मौका जुदाई का। कहते बच्चों नूं लैण दे लई वो बेशर्म आ खड़े हुए, इन्हां दी जिहड़ी अगवाई है वो सुच्चानंद कर रहा है। माता जी उन्हां वल तक रहे ने, कहंदे उन्हां नूं हुण आभास हो गया है कि हुण मौका है जिहड़ा जुदाई दा आ गया है।
देखूंगी उम्र भर को ना ये प्यारी सूरतें, मट्टी पे मट्टी में मिलने वाली हैं मैं वारी सूरतें। कहते जिन्हां तो मैं बलिहार करवाण जांदी हाँ ये प्यारियां सूरतां हुण हो सकदा है शायद मैं किते ना देखां, ये हुण खाक दे विच मिल जाणगीਆਂ, भाव इन्हां नूं खत्म कर देणगे। हुण माता जी साहबजादे नूं प्यार कर रहे ने, पूरा नक्शा खिंचदे ने भाई साहब जी। कहते जाने से पहले आओ गले से लगा तो लूं, केसों को कंघी कर दूं जरा मुंह धुला तो लूं, प्यारे सरों पे नन्ही से कलगी सजा तो लूं, मरने से पहले तुमको दूल्हा बना तो लूं। कहते माता जी ने जो उन्होंने गले नाल लगाया, कहती पुत्रो मैं तुहानूं मरण तो पहला गले तां लगा ला, तुहानूं तैयार तो कर ला, तुहाडा मूँह तो धुआ दियां, केसां नूं कंघी कर दियां, तुहाडे कपड़े बदल दियां। कहते इस तरह माता जी ने बड़े प्रेम दे नाल उन्हां नूं गले लगाया, उन्हां दी तैयारी कीती है। हुण की कह रहे ने, बेटे से पहले बिछड़े थे तुम पे बिछड़ चले, बिगड़े हुए नसीब जियादे बिगड़ चले, बेरहम दुश्मनों के तुम हाथों में पड़ चले, जंजीरे गम में मुझको यहाँ पर जकड़ चले। माता जी आखदे ने पहला बेटे तो विछड़ी सी, पोतियो तुसी नाल सी ते हुण तुसी भी चले हो, ते चले भी बेरहम दुश्मन दे हत्थां दे विच हो। जंजीरे गम में मुझको यहाँ पर जकड़ चले, गम दियां जंजीरां दे नाल, फिकर दियां जंजीरां दे नाल मैनूं जकड़ के चले हो। बेहतर था तुमसे पहले मैं देती परान को, दुख से तुम्हारे दुख है सिवा मेरी जान को। कहंदे जे तू चंगा हुंदा तो पहला मेरे प्राण पंखी रूट जांदे, तुहाडा दुख जो देखना ये मेरे लिए जो सौखी गल नहीं है। कह कह के रोती जाती थी जारो कतार मात, जो रावर और फतेह पे होती निसार मात, इस दर्जे रंजो गम से हुई बेकरार मात, गश खा के गिरने वाली थी बेख्तियार मात, शाहजादगा ने बढ़ के संभाला हजूर के, धार समझाई कह के दिल ना सबूर के। कहते माता जी इस तरह बहबल हो रहे ने, उन्होंने गलवकड़ी पा रहे ने, उन्होंने इस तरह प्यार कर रहे ने, शरीर कमजोर है, भुखे ने, कहते डिगण ही वाले सन, साहबजादियां ने संभालिया। अते की कह रहे ने हुण दादी माता जी नूं छोटे साहबजादे, फरमाए दस्त वस्त वो दोनों गुरु के लाल, जी क्यों मुकद्दसा कहे अपने लिए निटाल, कुर्बानियों की पंथ को हाजत भी हो कमाल, जासी हकीर चीज का फिर हमको हो क्या ख्याल। कहते माता जीओ दोनों हथ जोड़ के कहते ने, कहते जो तुसी इस तरह क्यों कर रहे हो, ए माता जी कुर्बानियों की पंथ को हाजत भी हो कमाल। हुण माता जी पंथ नूं कुर्बानियां दी लोड़ है, अते जो ये तुच्छ जी जान इनू आपां लको के फिर कातों रखिए। वाहे गुरु से जान प्यारी नहीं हमें, भाती जया हो जारी तुम्हारी नहीं हमें। ऐ माता जीओ वाहेगुरु तो जान नहीं प्यारी, वाहेगुरु जी प्यारे ने, पंथ तो जान नहीं प्यारी, पंथ प्यारा है। ऐ माता जी तुसी इस तरह का तो कर रहे हो, तुसी दिल छोटा का तो कर रहे हो, ये चंगी नहीं लग रही सानू गल। रुखसत दो अब खुशी से के जाने फिदा करें, दुनिया से जबरो जोर का हम खात्मा करें। ऐ माता जी रुखसत दो भाव हुण सानू विदा करो ते खुशी दे नाल विदा करो कि असी जाने फिदा करें, असी अपना आपा कुर्बान कर दईए। दुनिया से जबरो जोर का हम खात्मा करें, जो जबरो जोर जबरदस्ती जुल्म कर रहा है औरंगजेब, इहदा असी खात्मा करिए अपना खून देके, हासिल सिरों को देके खुदा की रजा करें। प्रभु दे भाणे विच होइए, जो वाहिगुरू दी खुशी हासिल करिए अपना सिर देके
नाम अपने बाप दादे का मर कर सेवा करी, जो होर वधीक जो अपने प्यो दादे ਦਾ ਫਖਰ ਦੇ ਨਾਲ ਸਿਰ ਉੱਚਾ ਕਰੀਏ। ਜੋ ਤੇਰੀ ਸਿੱਖਿਆ ਜਿਹੜੀ ਸਾਨੂੰ ਮਾਤਾ ਜੀ ਤੂੰ ਦਿੱਤੀ ਹੈ ਉਸ ਤੇ ਚੱਲ ਕੇ ਦਿਖਾਈਏ। ਤੂੰ ਸਾਨੂੰ ਹੁਣ ਤੱਕ ਸਿੱਖਿਆ ਦਿੰਦੀ ਰਹੀ ਹੈ, ਹੁਣ ਸਾਡਾ ਪੇਪਰ ਹੈ। ਇਹ ਮਾਤਾ ਜੀ ਤੂੰ ਕਿਰਪਾ ਕਰ, ਸਾਨੂੰ ਖੁਸ਼ੀ ਖੁਸ਼ੀ ਵਿਦਾ ਕਰ, ਅਤੇ ਅਸੀਂ ਵੀ ਹੁਣ ਜੋ ਚਾਹੁੰਦੇ ਹਾਂ ਕਿ ਦੇਖੀਏ ਤਾਂ ਸਹੀ ਜਿਹੜੀ ਤੂੰ ਸਾਨੂੰ ਸਿੱਖਿਆ ਦਿੱਤੀ ਹੈ ਉਸ ਪੇਪਰ ਵਿੱਚ ਅਸੀਂ ਕਿੰਨੇ ਕ ਨੰਬਰ ਲੈ ਕੇ ਪਾਸ ਹੁੰਦੇ ਹਾਂ। ਪਾਸ ਹੀ ਹੁੰਦੇ ਹਾਂ ਕਿ ਕਿਸੇ ਜੋ ਨੰਬਰ ਤੇ ਵੀ ਆਉਂਦੇ ਹਾਂ ਜਾਂ ਫੇਲ ਹੋ ਜਾਂਦੇ ਹਾਂ। ਇਹ ਮਾਤਾ ਜੀ ਸਾਨੂੰ ਵੀ ਤਾਂ ਪਤਾ ਲੱਗੇ ਤੇਰੀ ਸਿੱਖਿਆ ਅਸੀਂ ਕਿੰਨੀ ਕਮਾਈ ਹੈ। ਗਿਰੇ ਕੋ ਜਬਤ ਕਰਕੇ ਬੋ ਆਲੀ ਸ਼ਾਨ ਨੇ, ਵਾਰੀ ਗਈ ਲੋ ਜਾਓ ਕਹਾ ਦਾਦੀ ਜਾਨ ਨੇ। ਕਹਿੰਦੇ ਮਾਤਾ ਜੀ ਬੜੇ ਖੁਸ਼ ਹੋਏ, ਕਹਿੰਦੀ ਪੁੱਤਰੋ ਤੁਹਾਡੇ ਤੋਂ ਮੈਨੂੰ ਇਹੀ ਉਮੀਦ ਸੀ। ਮੇਰੇ ਮਨ ਵਿੱਚ ਥੋੜਾ ਜਿਹਾ ਡਰ ਸੀ ਕਿ ਤੁਸੀਂ ਛੋਟੇ ਹੋ, ਆਰਬਲਾ ਛੋਟੀ ਹੈ, ਤੁਸੀਂ ਕੋਈ ਜੋ ਜੰਗ ਦੇ ਵਿੱਚ ਨਹੀਂ ਗਏ, ਜੋ ਕੋਈ ਆਪਣੇ ਸਰੀਰ ਦੇ ਉੱਪਰ ਦੁੱਖ ਨਹੀਂ ਚੱਲਿਆ ਹੈ, ਅਤੇ ਜੋ ਇਸ ਤਰ੍ਹਾਂ ਜੋ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਤੰਗ ਕਰਨਗੇ, ਦੁੱਖ ਦੇਣਗੇ, ਬੜੀ ਛੋਟੀ ਉਮਰ ਦੇ ਵਿੱਚ ਹੋ ਤੁਸੀਂ। ਇਸ ਤਰ੍ਹਾਂ ਮਨ ਦੇ ਵਿੱਚ ਥੋੜਾ ਜਿਹਾ ਡਰ ਸੀ, ਪਰ ਤੁਹਾਡੇ ਅਲਫਾਜ਼ ਸੁਣੇ, ਤੁਹਾਡੀਆਂ ਗੱਲਾਂ ਸੁਣੀਆਂ, ਹੁਣ ਮੈਂ ਬੇਫਿਕਰ ਹਾਂ। ਹੁਣ ਮੈਂ ਬੇਫਿਕਰ ਹਾਂ। ਪਤਾ ਹੈ ਜੋ ਆਪਣੇ ਬਾਪ ਦਾਦੇ ਦਾ ਜਿਹੜਾ ਸਿਰ ਹੈ ਤੁਸੀਂ ਉੱਚਾ ਕਰੋਗੇ। ਕਹਿੰਦੇ ਪਹਿਲੇ ਦਿਨ ਲੈ ਕੇ ਗਏ ਨੇ, ਫਿਰ ਵਾਪਸ ਆ ਗਏ ਨੇ, ਤੇ ਇੱਥੇ ਜੋ ਇੱਕ ਜ਼ਿਕਰ ਕਰਨਾ ਅੱਲਾ ਜਾਰਖਾਂ ਜੀ ਭੁੱਲ ਗਏ ਨੇ। ਜੋ ਇੱਕ ਜ਼ਿਕਰ ਜਿਹੜੀ ਸੇਵਾ ਕੀਤੀ ਹੈ ਭਾਈ ਮੋਤੀ ਰਾਮ ਜੀ ਨੇ, ਉਹਦਾ ਜ਼ਿਕਰ ਇਹਦੇ ਵਿੱਚ ਇਹਨਾਂ ਨੇ ਨਹੀਂ ਕੀਤਾ ਹੋਇਆ। ਜੋ ਇਸ ਤਰ੍ਹਾਂ ਹੁੰਦਾ ਹੈ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਕੈਦ ਕੀਤਾ ਜਾਂਦਾ ਹੈ, ਤਾਂ ਹੁਣ ਉੱਥੇ ਲੰਗਰ ਦੇ ਇੰਚਾਰਜ ਨੇ ਜੋ ਭਾਈ ਮੋਤੀ ਰਾਮ ਜੀ। ਲੰਗਰ ਦੇ ਵਿੱਚ ਉਹਨਾਂ ਦੀ ਜਿਹੜੇ ਕੈਦੀ ਨੇ ਉਹਨਾਂ ਨੂੰ ਰੋਟੀ ਦੇਣ ਦੀ ਡਿਊਟੀ ਇਹਨਾਂ ਦੀ ਹੁੰਦੀ ਹੈ। ਇਹਨਾਂ ਨੂੰ ਪਤਾ ਲੱਗਾ ਹੈ ਕਿ ਆਨੰਦਪੁਰ ਵਾਲੇ ਗੁਰੂ ਜੀ ਨੇ ਜਿਹੜੇ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਜੋ ਕੈਦ ਕੀਤੇ ਹੋਏ ਨੇ, ਠੰਡੇ ਬੁਰਜ ਦੇ ਵਿੱਚ ਕੈਦ ਨੇ, ਤੇ ਉਹਨਾਂ ਨੂੰ ਰੋਟੀ ਦੇਣੀ ਤੇ ਪਾਣੀ ਦੇਣਾ ਇਹ ਬੰਦ ਕੀਤਾ ਹੋਇਆ ਹੈ। ਹੋਰ ਉੱਥੇ ਕਿਸੇ ਦੀ ਪਹੁੰਚ ਨਹੀਂ ਹੈ। ਤੋ ਆਪਣੇ ਘਰੇ ਜਾਂਦੇ ਨੇ ਭਾਈ ਮੋਤੀ ਰਾਮ ਜੀ, ਆਪਣੀ ਪਤਨੀ ਨੂੰ, ਆਪਣੇ ਬੱਚੇ ਨੂੰ, ਆਪਣੀ ਮਾਂ ਨੂੰ ਕੋਲੇ ਬਿਠਾਉਂਦੇ ਨੇ ਸਾਰਿਆਂ ਨੂੰ, ਤੇ ਸਾਰਿਆਂ ਨੂੰ ਕੋਲੇ ਬਿਠਾ ਕੇ ਉਹਨਾਂ ਨਾਲ ਇੱਕ ਰਹਿ ਕਰਦੇ ਨੇ। ਕਹਿੰਦੇ ਭਾਈ ਮੈਂ ਤੁਹਾਡੇ ਨਾਲ ਇੱਕ ਰਹਿ ਕਰਨੀ ਹੈ। ਸਾਰੇ ਜਣੇ ਬੈਠੋ, ਸਾਰੇ ਬਹਿ ਗਏ। ਕਹਿੰਦੇ ਜੋ ਸਾਰਿਆਂ ਨੇ ਤੁਸੀਂ ਆਨੰਦਪੁਰ ਵਾਲੇ ਗੁਰੂ ਜੀ ਬਾਰੇ ਸੁਣਿਆ ਹੋਵੇਗਾ। ਕਹਿੰਦੇ ਹਾਂ ਉਹਨਾਂ ਬਾਰੇ ਸੁਣਿਆ ਹੈ। ਕਹਿੰਦੇ ਇਹ ਵੀ ਸੁਣਿਆ ਹੋਵੇਗਾ ਕਿ ਉਹ ਸਰਕਾਰ ਦੇ ਹੁਣ ਬਾਗੀ ਨੇ, ਸਰਕਾਰ ਨੇ ਬਾਗੀ ਐਲਾਨਿਆ ਹੈ ਉਹਨਾਂ ਨੂੰ। ਕਹਿੰਦੇ ਹਾਂ ਇਹ ਵੀ ਸੁਣਿਆ ਹੈ। ਇਹ ਵੀ ਸੁਣਿਆ ਹੈ ਕਿ ਉਹਨਾਂ ਦੇ ਬੱਚੇ ਸ਼ਹੀਦ ਕਰ ਦਿੱਤੇ ਗਏ ਨੇ, ਤੇ ਇਹ ਵੀ ਉਹਨਾਂ ਨੇ ਢੰਡੋਰਾ ਵਟਵਾਇਆ, ਗੁਰੂ ਵੀ ਸ਼ਹੀਦ ਕਰ ਦਿੱਤਾ ਹੈ। ਕਹਿੰਦੇ ਇਹ ਵੀ ਪਤਾ ਹੈ, ਸੁਣਿਆ ਹੈ, ਪਰ ਯਕੀਨ ਨਹੀਂ ਆ ਰਿਹਾ ਕਿ ਗੁਰੂ ਨੂੰ ਸ਼ਹੀਦ ਕਰ ਦਿੱਤਾ ਹੋਏ। ਕਹਿੰਦੇ ਜੋ ਇਸ ਤਰ੍ਹਾਂ ਦੀਆਂ ਅਫਵਾਹਾਂ ਨੇ, ਪਰ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਦੋਨੇ ਸਾਹਿਬਜ਼ਾਦੇ ਉਹ ਕੈਦ ਨਹੀਂ। ਕਹਿੰਦੇ ਫਿਰ ਕਹਿੰਦੇ ਉਹਨਾਂ ਨੂੰ ਜੋ ਰੋਟੀ ਪਾਣੀ ਦੇਣ ਤੋਂ ਮਨਾ ਕੀਤਾ ਹੋਇਆ ਹੈ, ਤੇ ਮੇਰਾ ਮਨ ਹੈ ਕਿ ਉਹਨਾਂ ਦੀ ਜੋ ਸੇਵਾ ਕਰਾਂ, ਉਹਨਾਂ ਨੂੰ ਭੋਜਨ ਪਹੁੰਚਦਾ ਕਰਾਂ ਕਿਸੇ ਤਰੀਕੇ ਦੇ ਨਾਲ। ਪਰਿਵਾਰ ਵਾਲੇ ਕਹਿੰਦੇ ਚੰਗੀ ਗੱਲ ਹੈ, ਸੇਵਾ ਕਰਨੀ ਬਣਦੀ ਹੈ। ਤੇ ਉਹ ਆਖਦਾ ਭਾਈ ਮੈਂ ਸੇਵਾ ਤਾਂ ਕਰਾਂਗਾ, ਤੇ ਜੇ ਇਹਦੇ ਵਿੱਚ ਫੜੇ ਗਏ, ਫੜੇ ਜਾਣੇ ਹੀ ਹੈ, ਫੜੇ ਗਏ ਤਾਂ ਇਕੱਲੇ ਸਜ਼ਾ ਮੈਨੂੰ ਨਹੀਂ ਹੋਣੀ, ਸਜ਼ਾ ਆਪਣੇ ਸਾਰੇ ਟੱਬਰ ਨੂੰ ਹੋਏਗੀ। ਜੇ ਤੁਸੀਂ ਵੀ ਸ਼ਹੀਦ ਹੋਣ ਨੂੰ ਤਿਆਰ ਹੋ ਤਾਂ ਇਹ ਸੇਵਾ ਆਪਾਂ ਕਰ ਸਕਦੇ ਹਾਂ। ਨਹੀਂ ਇਕੱਲਾ ਮੈਂ ਸੇਵਾ ਕਰਾਂ, ਮੇਰੇ ਨਾਲ ਤੁਸੀਂ ਮਾਰੇ ਜਾਓ, ਇਹ ਗੱਲ ਵੀ ਚੰਗੀ ਨਹੀਂ ਹੈ। ਤੁਹਾਡਾ ਮਨ ਨਾ ਕਰਦਾ ਹੋਵੇ, ਜੇ ਤੁਸੀਂ ਜੋ ਚਾਹੁੰਦੇ ਹੋ ਕਿ ਗੁਰੂ ਦੀ ਸੇਵਾ ਹੋਏ, ਤਾਂ ਫਿਰ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਪਰ ਇੱਕ ਗੱਲ ਹੈ, ਫਿਰ ਹੁਣ ਤੋਂ ਹੀ ਮੰਨ ਲਓ ਕਿ ਆਪਾਂ ਸਾਰੇ ਜਣੇ ਮਰ ਗਏ। ਹੁਣ ਤੋਂ ਹੀ ਆਪਣੇ ਆਪ ਨੂੰ ਸ਼ਹੀਦ ਮੰਨ ਲਓ। ਫਿਰ ਉਹ ਆਪਾਂ ਨੂੰ ਭੈੜੇ ਤੋਂ ਭੈੜਾ ਤਸੀਹਾ ਵੀ ਦੇ ਸਕਦੇ ਨੇ।
ਫਿਰ ਨਾ ਧਰਮ ਦੀ ਤਬਦੀਲੀ ਕਰਨੀ ਹੈ, ਨਾ ਹੀ ਉਹਨਾਂ ਤੋਂ ਰਹਿਮ ਦੀ ਭੀਖ ਮੰਗਣੀ ਹੈ, ਫਿਰ ਤੋਂ ਸ਼ਹੀਦੀ ਦੇਣੀ ਹੈ। ਜੇ ਇਸ ਤਰ੍ਹਾਂ ਤੁਹਾਨੂੰ ਕਬੂਲ ਹੈ ਤਾਂ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਉਹਨਾਂ ਦੀ ਮਾਤਾ, ਉਹਨਾਂ ਦੀ ਪਤਨੀ, ਉਹਨਾਂ ਦਾ ਪੁੱਤਰ ਜੋ ਇੱਕੇ ਆਵਾਜ਼ ਵਿੱਚ ਬੋਲਦੇ ਨੇ, ਕਹਿੰਦੇ ਜੇ ਆਨੰਦਪੁਰ ਵਾਲੇ ਗੁਰੂ ਦੀ ਸੇਵਾ ਕਰਨ ਦਾ ਮੌਕਾ ਆਪਾਂ ਨੂੰ ਮਿਲਦਾ ਹੈ, ਇਹ ਤੋਂ ਵੱਡੇ ਭਾਗ ਕਿਹਦੇ ਹੋਣਗੇ? ਇਹ ਤੋਂ ਵੱਡੇ ਭਾਗ ਕਿਹਦੇ ਹੋਣਗੇ ਜੋ ਮਰ ਤੋਂ ਉਂਝ ਵੀ ਜਾਣਾ ਹੈ, ਪਤਾ ਨਹੀਂ ਕਦੋਂ ਤੇ ਕਿਵੇਂ ਤੇ ਕਿਹੜੀ ਹਾਲਤ ਵਿੱਚ ਮਰੀਏ। ਵਜੀਦਾ ਆਖਦਾ ਹੈ ਕਿ ਉਹ ਰੱਬ ਦੀਆਂ ਰੱਬ ਹੀ ਜਾਣੇ। ਉਹਦਾ ਇੱਕ ਸ਼ੇਰ ਹੈ, ਉਹ ਕਹਿੰਦਾ ਇਕਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਤੇ ਉਹ ਵੀ ਜਾਏ ਮਰ, ਵਜੀਦੇ ਕੌਣ ਕਹੇ ਰੱਬ ਨੂੰ ਤੂੰ ਇੰਜ ਨਹੀਂ ਇੰਜ ਕਰ। ਕਹਿੰਦੇ ਪਤਾ ਨਹੀਂ ਉਹਦਾ ਉਹ ਕਿਹੜੀ ਰਜਾ ਵਿੱਚ ਰਾਜੀ ਹੈ, ਅਤੇ ਸਾਨੂੰ ਇਹ ਕੀ ਪਤਾ ਕਦੋਂ ਮਰ ਜਾਣਾ, ਹੁਣੇ ਮਰਨਾ, ਕੱਲ ਨੂੰ ਮਰਨਾ, ਬਿਮਾਰੀ ਨਾਲ ਮਰਨਾ, ਰੁਲ ਖੁਲ ਕੇ ਮਰਨਾ, ਕਿਵੇਂ ਮਰਨਾ। ਤੇ ਜੇ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਕਰਦੇ ਹੋਏ ਮਰੇ ਤਾਂ ਫਿਰ ਇਦੋਂ ਵੱਖਰਾ, ਇਦੋਂ ਵਧੀਆ ਜੋ ਸਾਡੇ ਲਈ ਕੀ ਹੋਏਗਾ। ਰਹਿੰਦੀ ਦੁਨੀਆ ਤੱਕ ਸਾਡਾ ਨਾਮ ਚਮਕੇਗਾ, ਲੋਕ ਨਤਮਸਤਕ ਹੋਣਗੇ, ਜਿੱਥੇ ਗੁਰੂ ਜੀ ਨੂੰ ਉੱਥੇ ਸਾਨੂੰ ਵੀ। ਤੂੰ ਬੇਸ਼ੱਕ ਹੋ ਕੇ ਬੇਝਿਜਕ ਹੋ ਕੇ ਸੇਵਾ ਕਰ, ਜੋ ਅਸੀਂ ਤੇਰੇ ਨਾਲ ਹਾਂ ਤੇ ਹੁਣ ਤੋਂ ਹੀ ਸਮਝ ਲਿਆ ਹੈ ਕਿ ਅਸੀਂ ਮਰ ਗਏ, ਸ਼ਹੀਦ ਹੋ ਗਏ। ਤੇ ਘਰੋਂ ਵੀ ਜਦੋਂ ਉਹਨਾਂ ਨੂੰ ਹਮਾਇਤ ਮਿਲ ਗਈ ਹੈ ਤਾਂ ਹੁਣ ਦੁੱਧ ਲੈ ਕੇ ਜੋ ਗਏ ਨੇ ਤੇ ਜਾ ਰਹੇ ਨੇ ਜਦੋਂ ਠੰਡੇ ਬੁਰਜ ਦੇ ਵੱਲ, ਤੋਂ ਸਿਪਾਹੀ ਉੱਥੇ ਖੜਾ ਹੈ, ਕਹਿੰਦਾ ਭਾਈ ਮੋਤੀ ਰਾਮ ਜੀ ਇਹ ਠੀਕ ਹੈ ਤੁਸੀਂ ਲੰਗਰ ਦੇ ਇੰਚਾਰਜ ਹੋ, ਪਰ ਜਿਹੜੇ ਇਹ ਕੈਦੀ ਨੇ ਇਹਨਾਂ ਨੂੰ ਰੋਟੀ ਪਾਣੀ ਨਹੀਂ ਦੇਣਾ, ਇਹਨਾਂ ਦੇ ਲਈ ਰੋਟੀ ਪਾਣੀ ਬੰਦ ਹੈ। ਤਾਂ ਭਾਈ ਸਾਹਿਬ ਜੀ ਉਹਨੂੰ ਪਾਸੇ ਲੈ ਕੇ ਜਾਂਦੇ ਨੇ, ਕਹਿੰਦੇ ਭਾਈ ਇਹ ਤਾਂ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਰੋਟੀ ਪਾਣੀ ਦੇਣਾ ਨਹੀਂ ਹੈ, ਰੋਟੀ ਪਾਣੀ ਇਹਨਾਂ ਦਾ ਬੰਦ ਹੈ, ਪਰ ਮੈਂ ਇਹ ਗੁਸਤਾਖੀ ਕਰਨੀ ਚਾਹੁੰਦਾ ਹਾਂ, ਤੂੰ ਦੱਸ ਮੈਨੂੰ ਅੱਗੇ ਜਾਣ ਦੇ ਲਈ ਜੋ ਕੀ ਟੈਕਸ ਲਾਏਗਾ, ਕਿੰਨੇ ਪੈਸੇ ਲਏਗਾ, ਜੋ ਤੂੰ ਚਾਹੁੰਦਾ ਹੈ ਉਹਨੇ ਪੈਸੇ ਮੈਂ ਦੇਣ ਨੂੰ ਤਿਆਰ ਹਾਂ। ਉਹ ਪਹਿਲੇ ਤੋਂ ਮੰਨ ਨਹੀਂ ਰਿਹਾ, ਫਿਰ ਭਾਈ ਸਾਹਿਬ ਜੀ ਉਹਨੂੰ ਮੋਟੀ ਰਕਮ ਦਿੰਦੇ ਨੇ, ਮੋਟੀ ਰਕਮ ਦੇ ਕੇ ਅੱਗੇ ਲੰਘਦੇ ਨੇ, ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਂਦੇ ਨੇ, ਵਾਪਸ ਆ ਜਾਂਦੇ ਨੇ। ਘਰੇ ਆ ਕੇ ਗੁਰੂ ਜੀ ਦਾ ਸ਼ੁਕਰ ਕਰਦੇ ਨੇ, ਗੁਰੂ ਜੀ ਤੇਰਾ ਕੋਟਾਨ ਕੋਟ ਸ਼ੁਕਰ ਜੋ ਤੂੰ ਸਾਡੀ ਸੇਵਾ ਨੂੰ ਕਬੂਲ ਕਰ ਲਿਆ, ਮਾਤਾ ਜੀ ਨੇ ਸਾਹਿਬਜ਼ਾਦਿਆਂ ਨੇ ਦੁੱਧ ਛਕ ਲਿਆ। ਫਿਰ ਲੈ ਕੇ ਜਾਂਦੇ ਨੇ, ਹੁਣ ਘਰ ਦੇ ਵਿੱਚ ਜਿੰਨੇ ਪੈਸੇ ਸੀ ਸਾਰੇ ਉਹਨੇ ਪਹਿਲੀ ਵਾਰ 'ਚ ਹੀ ਲੈ ਲਏ, ਕਿਉਂਕਿ ਥੋੜੇ ਬਹੁਤੇ ਪੈਸੇ ਦੀ ਖਾਤਰ ਤੋਂ ਕੋਈ ਏਡਾ ਵੱਡਾ ਰਿਸਕ ਲੈਂਦਾ ਨਹੀਂ ਸੀ। ਮੋਟੀ ਰਕਮ ਉਹਨੂੰ ਪਹਿਲਾਂ ਦੇਣੀ ਪਈ ਸੀ, ਜਿੰਨੇ ਪੈਸੇ ਸੀ ਸਾਰੇ ਉਹਨੇ ਲੈ ਲਏ। ਹੁਣ ਦੂਜੀ ਵਾਰ ਜਾਣਾ ਹੈ ਤੇ ਦੂਜੀ ਵਾਰ ਉਹਨੇ ਉਹਨੂੰ ਹੀ ਰਕਮ ਫਿਰ ਭਰਨੀ ਹੈ। ਹੁਣ ਘਰ ਵਿੱਚ ਜੋ ਗਹਿਣਾ ਗੱਟਾ ਸੀ ਸਾਰਾ ਕੁਝ ਲੈ ਕੇ ਚੱਲ ਪਿਆ ਹੈ। ਹੁਣ ਸਾਰੇ ਗਹਿਣਾ ਗੱਟਾ ਉਹਨੂੰ ਦੇ ਕੇ ਆਖਦਾ ਭਾਈ ਆਹ ਕੁਝ ਹੈ, ਇਹ ਤੂੰ ਲੈ ਲਾ, ਮੈਨੂੰ ਲੰਘ ਜਾਣ ਦੇ। ਫਿਰ ਲੰਘਣ ਦਿੱਤਾ ਗਿਆ। ਭਾਈ ਸਾਹਿਬ ਜੀ ਨੇ ਫਿਰ ਸੇਵਾ ਕੀਤੀ ਹੈ, ਵਾਪਸ ਆ ਗਏ ਨੇ। ਤੇ ਇਸ ਤਰ੍ਹਾਂ ਜੋ ਉੱਥੇ ਭਾਈ ਮੋਤੀ ਰਾਮ ਜੀ ਮਹਿਰਾ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਹੈ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਫਿਰ ਤੋਂ ਜਦੋਂ ਉਹ ਲੈ ਕੇ ਜਾ ਰਹੇ ਨੇ, ਕਹਿੰਦੇ ਜੋ तस्लीम करके दादी से बच्चे जुदा हुए, दरबार में नवाब के दाखिल हुआ हुए। इस तरह दादी दे नाल बड़े प्रेम दे नाल मिल के जो दादी जी नूं ढारस दे के मत्था टेक के गुरु साहब दे साहबजादे जांदे ने। ते उत्थे उन्हां ने दरबार दे विच एक होर पैंतरा खेडिया होया सी कि गुरु पातशाह दे साहबजादे आउणगे ਤੇ ਜਦੋਂ ਹੀ ਆਉਣਗੇ ਜੋ ਛੋਟੀ ਬਾਰੀ ਖੋਲਦੇ ਹਾਂ, ਵੱਡਾ ਗੇਟ ਬੰਦ ਕਰਦੇ ਹਾਂ, ਜਦੋਂ ਉਹ ਬਾਰੀ ਦੇ ਵਿੱਚਲੀ ਸਿਰ ਨੀਵਾਂ ਕਰਕੇ ਲੰਘਣਗੇ ਤਾਂ ਅਸੀਂ ਸਾਰੇ ਜਣੇ ਤਾੜੀ ਮਾਰ ਦਿਆਂਗੇ ਕਿ ਜੋ ਗੁਰੂ ਪਾਤਸ਼ਾਹ ਦੇ ਜਿਹੜੇ ਸਾਹਿਬਜ਼ਾਦੇ ਨੇ ਇਹਨਾਂ ਨੇ ਜੋ ਨਵਾਬ ਨੂੰ ਸਲਾਮ ਕੀਤੀ ਹੈ। ਜੋ ਇਹ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਨਵਾਬ ਦੇ ਅੱਗੇ ਝੁਕੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਕਿਰਪਾ ਹੈ ਆਪਣੇ ਸਾਹਿਬਜ਼ਾਦਿਆਂ ਤੇ
ਜਦੋਂ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਜਾਂਦੇ ਨੇ ਤੇ ਉਹ ਸਭ ਤੋਂ ਪਹਿਲਾਂ ਉਹ ਸਿਰ ਨਹੀਂ ਨੀਵਾਂ ਕਰਦੇ, ਉਸ ਬਾਰੀ ਦੇ ਵਿੱਚ ਦੀ ਜੁੱਤੀ ਕੱਢਦੇ ਨੇ, ਸਭਨਾਂ ਦੇ ਮੱਥੇ ਜੁੱਤੀ ਲੱਗਦੀ ਹੈ, ਸਾਰਿਆਂ ਦੀ ਨੀਵੀਂ ਪੈ ਜਾਂਦੀ ਹੈ। ਇਹਦੇ ਇਸ ਤਰ੍ਹਾਂ ਦਰਬਾਰ ਮੇਂ ਨਵਾਬ ਕੇ ਦਾਖਲ ਹੋਆ ਹੋਏ, ਇਸ ਤਰ੍ਹਾਂ ਦੇ ਨਾਲ ਉਹ ਨਵਾਬ ਦੇ ਦਰਬਾਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਥੀ ਪਿਆਰੀ ਸੂਰਤੋਂ ਸੇ ਸੁਜਾਅਤ ਵਰਸ ਰਹੀ, नन्ही सी सूरतों से थी जुरत बरस रही, रुख पर नवाब के थी शिकावत बरस रही, राजों के मुंह पे साफ थी लानत बरस रही। ਇਹਦੇ ਪਿਆਰੀਆਂ ਸੂਰਤਾਂ ਸੀ, ਉਹਨਾਂ ਪਿਆਰੀਆਂ ਸੂਰਤਾਂ ਤੋਂ ਬਹਾਦਰੀ ਵਰਸ ਰਹੀ ਸੀ, ਦਿਖ ਰਹੀ ਸੀ